ਦੋਸਤੋ ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਦੋਸਤੋ ਮਹਿਸਮ ਪਰ ਕਤਲ ਕਾਂਡ ਲੜੀ ਦੇ ਪਿਛਲੇ ਭਾਗ ਵਿੱਚ ਆਪਾਂ ਗੱਲ ਕੀਤੀ ਸੀ ਕਿ 10-15 ਮਿੰਟ ਆਰਾਮ ਕਰਨ ਤੋਂ ਬਾਅਦ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਪ੍ਰਸ਼ਾਦਾ ਪਾਣੀ ਛਕ ਕੇ ਆਪਣੀ ਗੱਡੀ ਵਿੱਚ ਸਵਾਰ ਹੋ ਕੇ ਤੇ ਸਟੇਜ ਵਾਲੇ ਪਾਸੇ ਨੂੰ ਜਦੋਂ ਉਹ ਚੱਲ ਪਏ ਸੀ ਤੇ ਅੱਗੇ ਮਣਕੂ ਅਨਾਉਂਸਮੈਂਟ ਕਰ ਰਿਹਾ ਸੀ ਤੇ ਸਟੇਜ ਦੇ ਮੂਹਰੇ ਬੈਠੇ ਬੱਚਿਆਂ ਨੂੰ ਤਾੜੀਆਂ ਮਾਰਨ ਲਈ ਕਹਿ ਰਿਹਾ ਸੀ ਕਿ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਜੀ ਤੁਹਾਡੇ ਵਿਚਕਾਰ ਪਹੁੰਚ ਚੁੱਕੇ ਹਨ। ਤੇ ਅੱਗੇ ਦੀ ਗੱਲਬਾਤ ਦੋਸਤੋ ਆਜੋ ਸ਼ੁਰੂ ਕਰਦੇ ਹਾਂ। ਮਣਕੂ ਸਟੇਜ ਤੇ ਲੋਕਾਂ ਨੂੰ ਅਨਾਉਂਸਮੈਂਟ ਕਰ ਰਿਹਾ ਸੀ ਕਿ ਜਲਦੀ ਹੀ ਗਾਇਕ ਜੋੜੀ ਤੁਹਾਡੇ ਵਿਚਕਾਰ ਪਹੁੰਚ ਰਹੀ ਹੈ। ਕੁਝ ਹੀ ਸਮੇਂ ਬਾਅਦ ਅਮਰਜੋਤ ਤੇ ਚਮਕੀਲਾ 4 ਸਾਜੀਆਂ ਸਮੇਤ ਘੁੱਗੀ ਰੰਗੀ ਅੰਬੈਸਡਰ ਕਾਰ HRE 1786 ਵਿੱਚ ਬੈਠ ਕੇ 1-2 ਮਿੰਟ ਵਿੱਚ ਘਰ ਦੇ ਗੇਟ ਮੂਹਰੇ ਕੱਚੀ ਪਹੀ ਤੇ ਆ ਕੇ ਰੁਕੇ, ਜਿੱਥੋਂ ਕੁਝ ਹੀ ਦੂਰੀ ਤੇ ਸਟੇਜ ਲੱਗੀ ਹੋਈ ਸੀ। ਵਾਰਦਾਤ ਦਾ ਸਮਾਂ 2 ਤੋਂ 2:30 ਵਜੇ ਦੇ ਵਿਚਕਾਰ ਦਾ ਹੋਵੇਗਾ। ਕਾਰ ਦੇਖ ਕੇ ਮਣਕੂ ਨੇ ਬੱਚਿਆਂ ਨੂੰ ਤਾੜੀਆਂ ਮਾਰਨ ਲਈ ਕਿਹਾ ਤੇ ਇਸੇ ਸਮੇਂ ਦੌਰਾਨ ਮਾਰਨ ਆਏ 3 ਜਣਿਆਂ ਵੀ ਆਪਣੀ ਤਿਆਰੀ ਖਿੱਚ ਲਈ। ਅਮਰਜੋਤ ਤੇ ਚਮਕੀਲੇ ਨੂੰ ਮਾਰਨ ਆਏ 3 ਜਣੇ ਘਟਨਾ ਵਾਲੀ ਥਾਂ ਜਿੱਥੇ ਅੰਬੈਸਡਰ ਕਾਰ ਨੇ ਆ ਕੇ ਰੁਕਣੀ ਸੀ ਉੱਥੇ ਖੜੇ ਸੀ ਤੇ ਬਾਕੀ ਹੋਰ ਜਿਹੜੇ ਨਾਲ ਆਏ ਸੀ ਬੰਦੇ ਜਿਨ੍ਹਾਂ ਬਾਰੇ ਹਜੇ ਤੱਕ ਬਹੁਤੀ ਜਾਣਕਾਰੀ ਨਹੀਂ ਮਿਲਦੀ, ਉਹ ਵੀ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਇਹਨਾਂ ਦੇ ਨਾਲ ਹੀ ਆਏ ਹੋਏ ਸੀ। ਸੁਣਨ ਵਿੱਚ ਤਾਂ ਇਹ ਵੀ ਆਇਆ ਸੀ ਕਿ 2 ਜਣੇ ਇਸ ਘਟਨਾ ਤੋਂ ਥੋੜ੍ਹੀ ਦੂਰੀ ਤੇ ਰਹੇ ਤੇ 3 ਜਣਿਆਂ ਦੀ ਇਸ ਗਾਇਕ ਜੋੜੀ ਨੂੰ ਮਾਰਨ ਦੀ ਡਿਊਟੀ ਲੱਗੀ ਹੋਈ ਸੀ। ਲੋਕਾਂ ਦੇ ਦੱਸਣ ਮੁਤਾਬਕ 3 ਜਣਿਆਂ ਨੇ ਬੁੱਕਲਾਂ ਮਾਰੀਆਂ ਹੋਈਆਂ ਸੀ, ਜਿਨ੍ਹਾਂ ਵਿੱਚੋਂ 2 ਨੇ ਪੱਗਾਂ ਬੰਨੀਆਂ ਹੋਈਆਂ ਸੀ ਤੇ 1 ਮੋਨਾ ਸੀ। ਉਹ ਬੰਦੇ ਇਕੱਠ 'ਚ ਰਲੇ ਮਿਲੇ ਲੱਗਦੇ ਸੀ, ਅਸਲੇ ਦਾ ਵੀ ਪਤਾ ਨਹੀਂ ਸੀ ਲੱਗਦਾ। ਲੋਕਾਂ ਨੇ ਵੀ ਕੰਬਲਾਂ ਖੇਸੀਆਂ ਤੇ ਲੋਈਆਂ ਦੀਆਂ ਬੁੱਕਲਾਂ ਮਾਰੀਆਂ ਹੋਈਆਂ ਸੀ, ਕਿਉਂਕਿ ਉਸ ਸਮੇਂ ਮਾਰਚ ਦਾ ਮਹੀਨਾ ਹੋਣ ਕਰਕੇ ਹਲਕੀ ਜਿਹੀ ਠੰਡ ਵੀ ਪੈ ਰਹੀ ਸੀ। ਇਹ 3 ਜਣੇ ਚੋਰੀ ਕੀਤੇ ਹੋਏ ਸਕੂਟਰ ਤੇ ਆਏ ਸੀ। ਇਹਨਾਂ ਦੀ ਜ਼ਿਆਦਾ ਠਹਿਰ ਡੱਲੇਵਾਲ ਜਾਂ ਗੜੇ ਸੀ ਤੇ ਉਸ ਰਾਤ ਇਹ ਨਿਰਮਲ ਸਿੰਘ ਸੰਧੂ ਦੇ ਘਰ ਠਹਿਰੇ ਸੀ। ਇਹਨਾਂ 3 ਨੇ ਇਸ ਗਾਇਕ ਪਾਰਟੀ ਨੂੰ ਮਾਰਨ ਲਈ AK-47 ਚੀਨੀ ਅਸਾਲਟਾਂ ਰਾਈਫਲਾਂ ਦੀ ਵਰਤੋਂ ਕੀਤੀ ਸੀ। ਜਿਵੇਂ ਹੀ ਕਾਰ ਗੇਟ ਮੂਹਰੇ ਆ ਕੇ ਰੁਕੀ ਤੇ ਸਾਜੀ ਆਪਣੀ ਸਾਜ਼ ਕੱਢਣ ਲਈ ਬਾਹਰ ਨਿਕਲੇ ਤਾਂ ਮਾਰਨ ਆਏ 3 ਵਿਅਕਤੀਆਂ ਨੇ ਯੋਜਨਾ ਮੁਤਾਬਕ ਵੱਖਰੀ ਪੋਜੀਸ਼ਨ ਤੋਂ ਜਲਿਆਂਵਾਲਾ ਬਾਗ ਕਤਲਕਾਂਡ ਵਾਂਗ ਨਿਹੱਥਿਆਂ ਤੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਪਿੰਡ ਦੇ ਲੋਕਾਂ ਨੂੰ ਪੰਜਾਬ ਦੀ ਮਹਾਨ ਦੁਗਾਣਾ ਜੋੜੀ ਅਮਰਜੋਤ ਤੇ ਅਮਰ ਸਿੰਘ ਚਮਕੀਲਾ ਨੂੰ ਆਪਣੇ ਪਿੰਡ ਵਿੱਚ ਦੇਖਣ ਦਾ ਚਾਅ ਹੋਣ ਕਰਕੇ ਤੇ ਸਪੀਕਰ ਦੇ ਸ਼ੋਰ ਸ਼ਰਾਬੇ ਵਿੱਚ ਗੋਲੀਆਂ ਦੀ ਆਵਾਜ਼ ਪਹਿਲਾਂ ਛੋਟੇ ਪਟਾਕੇ ਚੱਲਣ ਜਾਂ ਤਾਰਾਂ 'ਚੋਂ ਬਿਜਲੀ ਸਪਾਰਕ ਹੋਣ ਦੀ ਹੀ ਲੱਗੀ ਸੀ। ਨਿਹਾਲੇ ਨੇ ਸਾਨੂੰ ਦੱਸਿਆ ਕਿ ਮੈਂ ਪਹਿਲਾਂ ਸੋਚਿਆ ਕਿ ਸ਼ਾਇਦ ਕੋਈ ਪਟਾਕਿਆਂ ਨਾਲ ਸਾਡਾ ਸਵਾਗਤ ਕਰ ਰਿਹਾ ਹੈ। ਸਭ ਤੋਂ ਪਹਿਲਾਂ ਢੋਲਕ ਮਾਸਟਰ ਲਾਲ ਚੰਦ ਤੇ ਦੂਜੇ ਸਾਜੀਆਂ ਨੇ ਕਾਰ ਦੀ ਡਿੱਗੀ ਵਿੱਚੋਂ ਸਾਜ਼ ਕੱਢਣੇ ਸ਼ੁਰੂ ਕਰ ਦਿੱਤੇ। ਲਾਲ ਚੰਦ ਨੇ ਮੈਨੂੰ ਦੱਸਿਆ ਕਿ ਜਦੋਂ ਉਹ ਆਪਣਾ ਢੋਲਕ ਚੁੱਕ ਕੇ ਅਜੇ ਤੁਰਿਆ ਹੀ ਸੀ ਤਾਂ ਮੇਰਾ ਧਿਆਨ ਬੁੱਕਲ ਮਾਰੀ ਪੱਗ ਬੰਨੀ ਖੜੇ ਇੱਕ ਬੰਦੇ ਵੱਲ ਪਿਆ, ਜਿਸ ਨੇ ਬੁੱਕਲ ਵਿੱਚੋਂ 47 ਕੱਢ ਕੇ ਮੇਰੇ ਵੱਲ ਤਾਣ ਲਈ। ਮੈਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਸਨੇ ਮੇਰੇ ਭੱਜਦੇ ਦੇ ਪਿੱਛੇ ਠਾ ਕਰਦੇ ਕਈ ਫਾਇਰ ਕੱਢੇ। ਇਸ ਵਾਰਦਾਤ ਵਿੱਚ ਸਭ ਤੋਂ ਪਹਿਲੀ ਗੋਲੀ ਢੋਲਕ ਮਾਸਟਰ ਲਾਲ ਚੰਦ ਦੇ ਵੱਜੀ, ਜੋ ਉਸ ਦੀ ਖੱਬੀ ਬਾਂਹ 'ਚੋਂ ਆਰ ਪਾਰ ਹੋ ਗਈ। ਗੋਲੀਆਂ ਤਾਂ ਲਾਲ ਦੇ ਉਸਨੇ ਪਿੱਠ ਤੇ ਵੀ ਮਾਰੀਆਂ ਸੀ, ਪਰ ਲਾਲ ਥੋੜਾ ਘੁੰਮਣ ਕਰਕੇ ਕੁਝ ਛਰਲੇ ਉਸਦੀ ਕੋਟੀ ਦੇ ਕਮੀਜ਼ ਥਾਣੀ ਆਰ ਪਾਰ ਹੋ ਗਏ। ਇਸੇ ਸਮੇਂ ਦੌਰਾਨ ਉਹ ਬੰਦਾ ਲਾਲ ਮਗਰ ਨਹੀਂ ਭੱਜਿਆ, ਸਗੋਂ ਕਾਰ ਦੀ ਪਿਛਲੀ ਬਾਰੀ 'ਚੋਂ ਥੱਲੇ ਉਤਰ ਰਹੀ ਮਹਾਨ ਗਾਇਕਾ ਅਮਰਜੋਤ ਤੇ ਉਸਨੇ ਸਾਰੀਆਂ ਗੋਲੀਆਂ ਦਾ ਬਰਸਟ ਕੱਢ ਦਿੱਤਾ। ਅਮਰਜੋਤ ਗੋਲੀਆਂ ਵੱਜਣ ਤੋਂ ਬਾਅਦ ਧਰਤੀ ਤੇ ਮੋਢੇ ਮੂੰਹ ਡਿੱਗ ਪਈ ਸੀ। ਇਸੇ ਸਮੇਂ ਸਾਜੀਆਂ ਦੇ ਕੁਝ ਲੋਕਾਂ ਦੇ ਦੱਸਣ ਮੁਤਾਬਕ ਚਮਕੀਲੇ ਨੇ ਪੁੱਛਿਆ, ਬੱਬੀ ਤੈਨੂੰ ਕੀ ਹੋਇਆ? ਇਸੇ ਸਮੇਂ ਦੌਰਾਨ ਉਸ ਬੰਦੇ ਨੇ ਮਾੜੀ ਸ਼ਬਦਾਵਲੀ ਵਰਤਦੇ ਹੋਏ, ਭਾਵ ਗਾਲਾਂ ਕੱਢਦੇ ਹੋਏ ਦੂਜੇ 2 ਬੰਦਿਆਂ ਨੂੰ ਗੁੱਸੇ 'ਚ ਆਖਿਆ, ਤੁਸੀਂ ਕੀ ਦੇਖਦੇ ਹੋਣ, ਚੱਕ ਦੋ ਫੱਟੇ ਇਹਨਾਂ ਦੇ। ਚਮਕੀਲਾ ਹਲੇ ਗੱਡੀ 'ਚੋਂ ਉਤਰ ਕੇ ਆਪਣਾ ਕੁੜਤਾ ਸੈੱਟ ਹੀ ਕਰ ਰਿਹਾ ਸੀ। ਥੋੜੇ ਕਦਮ ਹੀ ਅੱਗੇ ਤੁਰਿਆ ਸੀ ਕਿ ਉਸ ਸਮੇਂ ਸਟੇਜ ਦੇ ਸਾਹਮਣੇ ਖੜੇ 2 ਬੰਦਿਆਂ ਨੇ ਤਾੜ ਗੋਲੀਆਂ ਦਾ ਬਰਸਟ ਚਮਕੀਲੇ ਦੇ ਮੂੰਹ ਤੇ ਕੱਢ ਦਿੱਤਾ। ਗੋਲੀ ਵੱਜਦੇ ਸਾਰ ਹੀ ਚਮਕੀਲਾ ਬੁੜਕ ਕੇ ਪਾਥੀਆਂ ਦੇ ਢੇਰ ਤੇ ਡਿੱਗਾ ਤੇ ਥਾਂ ਢੇਰੀ ਹੋ ਗਿਆ।
ਮਿਹਨਤ ਮਸ਼ੱਕਤ ਕਰਕੇ ਗਰੀਬੀ ਦੀ ਦਲਦਲ ਚੋਂ ਬਾਹਰ ਨਿਕਲ ਕੇ ਸੁਪਰਸਟਾਰ ਬਣੇ ਚਮਕੀਲੇ ਨੂੰ ਪਾਪੀਆਂ ਮਾਰਨ ਲੱਗੇ 1 ਮਿੰਟ ਵੀ ਨਹੀਂ ਸੀ ਲਾਇਆ। ਕੁਝ ਸਾਲ ਪਹਿਲਾਂ ਇੱਕ ਮੈਸਮਪੁਰ ਦੀ ਪੁਰਾਣੀ ਬੁੜੀ ਨੇ ਦੱਸਿਆ ਕਿ ਉਸਨੇ ਗੋਲੀਆਂ ਵੱਜਦੀਆਂ ਆਪਣੇ ਅੱਖੀਂ ਵੇਖੀਆਂ। ਜਿੱਥੇ ਕਾਰ ਰੁਕੀ ਸੀ ਉੱਥੇ ਉਹ ਚਮਕੀਲੇ ਦੇ ਅਮਰਜੋਤ ਨੂੰ ਵੇਖਣ ਲਈ ਭੱਜ ਕੇ ਅੱਗੇ ਹੋਈ ਸੀ। ਜਿਸ ਬਾਰੀ ਚੋਂ ਅਮਰਜੋਤ ਨਿਕਲ ਰਹੀ ਸੀ ਉਹ ਉਸ ਬਾਰੀ ਦੇ ਬਿਲਕੁਲ ਸਾਹਮਣੇ ਖੜੀ ਸੀ। ਉਸ ਬੁੜੀ ਦੇ ਦੱਸਣ ਮੁਤਾਬਕ ਦੋਵਾਂ ਦੇ ਨੇੜੇ ਤੋਂ ਗੋਲੀਆਂ ਵੱਜਦੀਆਂ ਮੈਂ ਆਪ ਵੇਖੀਆਂ। ਉਸ ਬਜ਼ੁਰਗ ਔਰਤ ਦੇ ਦੱਸਣ ਮੁਤਾਬਕ ਅਮਰਜੋਤ ਕਾਰ ਚੋਂ ਹਜੇ ਪੂਰੀ ਤਰ੍ਹਾਂ ਥੱਲੇ ਉਤਰ ਚੁੱਕੀ ਸੀ ਜਦੋਂ ਉਸਦੇ ਗੋਲੀਆਂ ਵੱਜੀਆਂ। ਗੋਲੀ ਵੱਜਦੇ ਸਾਰ ਹੀ ਉਸਨੇ ਬਹੁਤ ਉੱਚੀ ਚੀਕ ਮਾਰੀ ਤੇ ਮੋਢੇ ਮੂੰਹ ਇੱਕ ਪਾਸੇ ਨੂੰ ਹੋ ਕੇ ਥੱਲੇ ਧਰਤੀ ਤੇ ਡਿੱਗ ਪਈ। ਜਦੋਂ ਅਮਰਜੋਤ ਨੇ ਚੀਕ ਮਾਰੀ ਮੈਨੂੰ ਉਦੋਂ ਪਤਾ ਲੱਗਾ ਕਿ ਗੋਲੀ ਚੱਲੀ ਹੈ। ਮੈਂ ਉਸ ਸਮੇਂ ਡਰੀ ਨਹੀਂ ਤੇ ਭੱਜੀ ਵੀ ਨਹੀਂ। ਮੈਂ ਉਸ ਵੇਲੇ ਸੋਚਿਆ ਕਿ ਕਿਤੇ ਮੈਨੂੰ ਉਹ ਭੱਜਦੀ ਨੂੰ ਨਾ ਮਾਰ ਦੇਣ, ਇਸ ਕਰਕੇ ਮੈਂ ਉੱਥੇ ਹੀ ਖੜੀ ਰਹੀ। ਜਿੱਥੇ ਅਮਰਜੋਤ ਡਿੱਗੀ ਸੀ ਉੱਥੇ ਕੁਝ ਬੱਚੇ ਵੀ ਖੇਡ ਰਹੇ ਸੀ। ਇਸ ਚੀਕ ਨੂੰ ਸੁਣ ਕੇ ਉਸ ਸਮੇਂ ਚਮਕੀਲਾ ਬੋਲਿਆ, ਬੱਬੀ ਤੈਨੂੰ ਕੀ ਹੋਇਆ? ਚਮਕੀਲਾ ਜਦੋਂ ਪਿੱਛੇ ਮੁੜ ਕੇ ਅਮਰਜੋਤ ਨੂੰ ਵੇਖਣ ਆਇਆ ਤਾਂ ਸੱਜੇ ਪਾਸੇ ਖੜਾ ਇੱਕ ਬੰਦਾ ਦੂਜੇ ਨੂੰ ਗੁੱਸੇ 'ਚ ਗਾਲ ਕੱਢ ਕੇ ਬੜੇ ਹੀ ਰੋਬ ਨਾਲ ਬੋਲਿਆ, ਤੁਸੀਂ ਕੀ ਵੇਖਦੇ ਹੋ? ਭੱਜਣ ਨਾ ਦਿਓ ਇਹਨੂੰ ਹੁਣ। ਮੇਰਾ ਧਿਆਨ ਉਦੋਂ ਅਮਰਜੋਤ ਵੱਲ ਸੀ, ਪਰ ਮੈਂ ਇਹ ਵੀ ਵੇਖਿਆ ਕਿ ਉਸ ਸਮੇਂ ਸਟੇਜ ਮੂਹਰੇ ਖੜੇ ਕੁਝ ਬੰਦਿਆਂ ਨੇ ਪੂਰਾ ਬ੍ਰਸ਼ਟ ਚਮਕੀਲੇ ਦੇ ਮੂੰਹ ਤੇ ਕੱਢ ਦਿੱਤਾ ਸੀ। ਚਮਕੀਲਾ ਤਾਂ ਪਹਿਲਾਂ ਥੋੜਾ ਜਿਹਾ ਸੰਭਲਿਆ ਵੀ, ਪਰ ਗੋਲੀਆਂ ਵੱਜਣ ਤੋਂ ਬਾਅਦ ਜਦੋਂ ਉਹ ਥੱਲੇ ਪਾਥੀਆਂ ਦੇ ਢੇਰ ਤੇ ਡਿੱਗਿਆ ਤਾਂ ਫਿਰ ਦੂਜੀ ਵਾਰ ਉਹ ਨਹੀਂ ਉੱਠਿਆ ਤੇ ਥਾਂ ਹੀ ਮੁੱਕ ਗਿਆ। ਇਸ ਸਮੇਂ ਦੌਰਾਨ ਮੈਂ ਅਮਰਜੋਤ ਨੂੰ ਥੋੜੀ ਸਹਿਕਦੀ ਤੇ ਹਿੱਲਦੀ ਹੋਈ ਨੂੰ ਵੀ ਵੇਖਿਆ। ਉਹ ਮੁੱਦੇ ਮੂੰਹ ਇੱਕ ਪਾਸੇ ਨੂੰ ਹੋ ਕੇ ਧਰਤੀ ਤੇ ਪਈ ਸੀ। ਉਸਦੇ ਆਖਰੀ ਬੋਲ ਜੋ ਚਮਕੀਲੇ ਦੀ ਪੁੱਛੀ ਹੋਈ ਗੱਲ ਦਾ ਜਵਾਬ ਸੀ ਮੈਂ ਸੁਣੇ ਸੀ। ਅਮਰਜੋਤ ਦੇ ਆਖਰੀ ਬੋਲ ਸਨ, ਅਮਰ ਤੂੰ ਠੀਕ ਹੈ? ਅਮਰਜੋਤ ਉਦੋਂ ਮੁੱਕੀ ਜਦੋਂ ਉਹ ਬਾਕੀ ਸਾਜੀਆਂ ਨੂੰ ਮਾਰਨ ਭੱਜੇ। ਉਸ ਔਰਤ ਨੇ ਇਹ ਵੀ ਦੱਸਿਆ ਕਿ ਅਮਰਜੋਤ ਨੇ ਚਮਕੀਲੇ ਦੇ ਮੁੱਕ ਜਾਣ ਤੋਂ ਥੋੜੇ ਸਮੇਂ ਬਾਅਦ ਹੀ ਪ੍ਰਾਣ ਤਿਆਗੇ ਸੀ। ਉਸ ਔਰਤ ਦੇ ਦੱਸਣ ਮੁਤਾਬਕ ਉਹ ਬੰਦੇ ਇਸ ਵਾਰਦਾਤ ਨੂੰ ਬਹੁਤ ਥੋੜੇ ਸਮੇਂ ਵਿੱਚ ਅੰਜਾਮ ਦੇ ਕੇ ਤੇ ਜਾਂਦੇ ਸਮੇਂ 1-2 ਨਾਅਰੇ ਲਾ ਕੇ ਸਕੂਟਰ ਤੇ ਚਲੇ ਗਏ ਸੀ। ਉਸ ਔਰਤ ਨੇ ਦੱਸਿਆ ਕਿ ਮੈਨੂੰ ਕਈ ਦਿਨ ਬਾਅਦ ਵੀ ਅਮਰਜੋਤ ਤੇ ਚਮਕੀਲਾ ਸੁਪਨੇ ਵਿੱਚ ਆਉਂਦੇ ਰਹੇ। ਇਸ ਕਤਲकांड ਨੂੰ ਜਿਸ ਕਿਸੇ ਨੇ ਵੀ ਆਪਣੇ ਅੱਖੀਂ ਵੇਖਿਆ ਤਾਂ ਉਹਨਾਂ ਵਿੱਚੋਂ ਕਈ ਲੋਕ ਅੱਜ ਵੀ ਪਾਗਲਾਂ ਵਾਂਗ ਜੀਵਨ ਬਤੀਤ ਕਰ ਰਹੇ ਹਨ ਤੇ ਕਈ ਇਸ ਵਾਰਦਾਤ ਨੂੰ ਅੱਖੀਂ ਵੇਖਣ ਵਾਲੇ ਲੋਕ ਅੱਜ ਇਸ ਦੁਨੀਆ ਤੇ ਨਹੀਂ ਰਹੇ। ਫਲੋਰ ਇਲਾਕੇ ਦੀ ਇੱਕ ਔਰਤ ਜਸਬੀਰ ਕੌਰ ਜੋ ਇਸ ਸਮੇਂ ਦਿੱਲੀ ਰਹਿ ਰਹੀ ਹੈ, ਉਸਨੇ ਇਸ ਵਾਰਦਾਤ ਨੂੰ ਆਪਣੇ ਅੱਖੀਂ ਵੇਖਿਆ ਸੀ। ਉਸਨੇ ਕਿਹਾ ਕਿ ਮੈਂ ਉਦੋਂ ਛੋਟੀ ਸੀ ਪਰ ਉਹ ਦ੍ਰਿਸ਼ ਮੇਰੇ ਅੱਖਾਂ ਮੂਹਰੇ ਅੱਜ ਵੀ ਹੈ। ਮੈਂ ਘਰਦਿਆਂ ਨਾਲ ਪ੍ਰੋਗਰਾਮ ਵੇਖਣ ਆਈ ਸੀ। ਬੁੱਕਲਾਂ ਮਾਰੀ ਤੇ ਮੂੰਹ ਢੱਕ ਕੇ ਖੜੇ ਕੁਝ ਬੰਦਿਆਂ ਨੇ ਜਦੋਂ ਗੋਲੀਆਂ ਚਲਾਈਆਂ ਸੀ ਤਾਂ ਮੈਂ ਤਾਂ ਇਹੋ ਸਮਝ ਰਹੀ ਸੀ ਕਿ ਸ਼ਾਇਦ ਅੱਜ ਇੱਥੇ ਕਿਸੇ ਫਿਲਮ ਦੀ ਸ਼ੂਟਿੰਗ ਹੋ ਰਹੀ ਹੈ। ਇਸ ਤੋਂ ਬਾਅਦ ਉਹ ਢੋਲਕ ਮਾਸਟਰ ਬਲਦੇਵ ਦੇਬੂ ਤੇ ਪੇਸਟੀ ਮਾਸਟਰ ਹਰਜੀਤ ਗਿੱਲ ਨੂੰ ਮਾਰਨ ਭੱਜੇ। ਬਲਦੇਵ ਦੇਬੀ ਨੂੰ ਉਹਨਾਂ ਭੱਜਦੇ ਨੂੰ ਲੱਤ 'ਚ ਲੱਤ ਫਸਾ ਕੇ ਸੁੱਟ ਲਿਆ। ਇਸ ਕਰਕੇ ਉਸ ਦੀ ਲਾਸ਼ ਕੁਝ ਦੂਰ ਰਸਤੇ ਕੋਲ ਖਾਲ ਵਿੱਚੋਂ ਮਿਲੀ ਤੇ ਹੱਥ ਵਿੱਚ ਢੋਲਕੀ ਵੀ ਉਹਨੇ ਉਵੇਂ ਹੀ ਫੜੀ ਹੋਈ ਸੀ। ਹਰਜੀਤ ਗਿੱਲ ਨੂੰ ਉਹਨਾਂ ਸਟੇਜ ਵੱਲ ਭੱਜਦੇ ਨੂੰ ਵਾਪਸ ਬੁਲਾ ਕੇ ਗੋਲੀਆਂ ਮਾਰੀਆਂ ਤੇ ਉਸਨੇ ਗੇਟ ਮੂਹਰੇ ਦਮ ਤੋੜਿਆ। ਬਹੁਤ ਬਹੁਤ ਧੰਨਵਾਦ ਦੋਸਤੋ। ਇਸ ਤੋਂ ਅੱਗੇ ਦੀ ਗੱਲਬਾਤ ਕੱਲ੍ਹ ਕਰਦੇ ਹਾਂ।